सत श्री अकाल। मैं तुहाडे नाल सुखविंदर सिंह सीधे सवाल प्रोग्राम दे विच मेरे नाल सियासी महार डॉक्टर पीविंदर सिंह मौजूद ने। गलबात करांगे किसानां दी महापंचायत दे उत्ते। एक तरीके दे नाल जदों असीं तस्वीरां देखदे हां, वीडियो इस गल दीयां गवाह ने तमाम सोशल मीडिया दे उत्ते, भावें कि करनाल दे विच सरकार ने इंटरनेट सेवावां बंद कर दित्तियां, धारा 144 ला दित्ती। इस दे बावजूद किसानां दा ਲੱਖਾਂ ਦਾ इकट्ठ जिहड़ा आ उत्थे देखण नूं मिलिया। ਉਹ ਸਭ ਦੇ ਹਰਿਆਣੇ ਦੀ ਸਿਆਸਤ ਤੇ ਬੀਜੇਪੀ ਦੀ ਸਿਆਸਤ ਤੇ ਜੇਜੇਪੀ ਦੀ ਸਿਆਸਤ ਤੇ ਕਿੱਦਾਂ ਦੇ ਪ੍ਰਭਾਵ ਪੈਂਦੇ ਨੇ, ਖੱਟਰ ਸਰਕਾਰ ਕਿਸ ਤਰ੍ਹਾਂ ਸ਼ਾਂਤ ਨਜ਼ਰ ਆਈ, ਇਹ ਸਭ ਦੇ ਵਿਚਾਲੇ ਇਹ ਸਭ ਜਿਹੜਾ ਉਹ ਸਵਾਲਾਂ ਦੇ ਵਿੱਚ ਆਉਂਦਾ ਹੈ ਕਿ ਆਖਿਰਕਾਰ ਇੱਕ ਐਸਡੀਐਮ ਨੂੰ ਲੈ ਕੇ ਸਰਕਾਰ ਕਿਸ ਤਰ੍ਹਾਂ ਘਿਰੀ ਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਜ਼ੱਫਰਨਗਰ ਦਾ ਜੋਸ਼ ਜਿਹੜਾ ਉਹ ਕਿਸਾਨਾਂ ਦੇ ਵਿੱਚ ਇੰਨਾ ਰਿਹਾ ਕਿ ਇਹਦਾ ਨਤੀਜਾ ਅਸੀਂ ਅੱਗੋਂ ਜਿਹੜਾ ਹੁਣ ਹਰਿਆਣੇ 'ਚ ਦੇਖ ਰਹੇ ਹਾਂ ਤੇ ਇਸ ਤੋਂ ਬਾਅਦ ਨੰਬਰ ਪੰਜਾਬ ਦਾ ਵੀ ਲੱਗ ਸਕਦਾ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਿਸਾਨਾਂ ਦੇ ਮੁੱਦੇ, ਕਿਸਾਨਾਂ ਦੀਆਂ ਮੰਗਾਂ, ਸਰਕਾਰ ਦੇ ਵਾਅਦੇ, ਸਰਕਾਰ ਦੇ ਲਾਰੇ ਉਹ ਹਲੇ ਵੀ ਉਵੇਂ ਹੀ ਲਟਕ ਰਹੇ ਨੇ, ਜਿਨ੍ਹਾਂ ਵੱਲ ਕਿਸਾਨ ਝਾਤ ਪਾ ਰਹੇ ਨੇ ਕਿ ਕਰਜ਼ਾ ਕੁਰਕੀ ਖਤਮ ਦੀ ਗੱਲ ਕੀਤੀ ਗਈ ਸੀ, ਫਸਲ ਦੀ ਪੂਰੀ ਰਕਮ ਦੀ ਗੱਲ ਕੀਤੀ ਗਈ ਸੀ, ਕਿਸਾਨਾਂ ਨੂੰ ਜਿਹੜਾ ਉਹ ਹਰ ਤਰੀਕੇ ਦੇ ਨਾਲ ਖੁਸ਼ਹਾਲ ਕਰਨ ਦੀ ਗੱਲ ਕੀਤੀ ਗਈ ਸੀ। ਤੇ ਅੱਜ ਕਿਸਾਨਾਂ ਦਾ ਹਾਲ ਕੀ ਹੈ, ਪੰਜਾਬ 'ਚ ਖੁਦਕੁਸ਼ੀਆਂ ਦਾ ਦੌਰ ਕਿੱਥੇ ਤੱਕ ਆ, ਇਹ ਸਾਰੇ ਸਵਾਲ ਜਿਹੜੇ ਨੇ ਅੱਜ ਦੇ ਕਿਸਾਨੀ ਅੰਦੋਲਨ ਦੇ ਸੰਦਰਭ ਦੇ ਵਿੱਚ ਖੜੇ ਹੁੰਦੇ ਨੇ ਕਿ ਅੰਦੋਲਨ ਹਰ ਰੋਜ਼ ਜਿਹੜਾ ਉਹ ਜਵਾਨ ਹੁੰਦਾ ਜਾ ਰਿਹਾ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। बहुत बहुत शुक्रिया, मेहरबानी, धन्यवाद सुखविंदर जी। शुक्रिया डॉक्टर साहब। किद्दां देखदे हो करनाल दी महापंचायत नूं हरियाणे दी बीजेपी दी सियासत दे उत्ते किद्दां दा असर पैंदा? सुखविंदर जी, मैनूं लगदा कि ਇਹ ਇਤਿਹਾਸਕ ਪਲ ਨੇ ਜਦੋਂ ਪਹਿਲਾਂ ਮੁਜ਼ੱਫਰਨਗਰ ਦੇ ਵਿੱਚ, ਉਸ ਤੋਂ ਬਾਅਦ ਕਰਨਾਲ ਦੇ ਵਿੱਚ, ਔਰ ਤੁਸੀਂ ਦੇਖੋਗੇ ਕਿ ਲਗਾਤਾਰ ਇਹ ਜਿਹੜਾ ਅੰਦੋਲਨ ਹੈ ਵੱਖ-ਵੱਖ ਸਟੇਟਾਂ ਦੇ ਵਿੱਚ ਫੈਲਦਾ ਜਾ ਰਿਹਾ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ 22 ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ 5 ਸਟੇਟਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਜਿਹਦੇ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ ਇੱਕ ਬਹੁਤ ਇੰਪੋਰਟੈਂਟ ਚੋਣਾਂ ਹੋਣਗੀਆਂ। ਔਰ ਇਹਦੇ ਨਤੀਜੇ ਵੀ ਤੁਸੀਂ ਦੇਖੋਗੇ ਬਹੁਤ ਮਹੱਤਵਪੂਰਨ ਔਰ ਵੱਖਰੀ ਤਰ੍ਹਾਂ ਦੇ ਹੋ ਸਕਦੇ ਆ। ਉਹਦਾ ਕਾਰਨ ਇਹ ਹੈ ਕਿ ਜੇਕਰ ਯੂਪੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਦਲਦੀਆਂ ਨੇ ਤਾਂ ਲਾਜ਼ਮੀ ਤੌਰ ਤੇ ਯੂਪੀ ਦੇ ਵਿੱਚ ਬੀਜੇਪੀ ਨੂੰ ਬਹੁਤ ਵੱਡਾ ਝਟਕਾ ਇਸ ਮੁਜ਼ੱਫਰਨਗਰ ਦੀ ਰੈਲੀ ਤੋਂ ਬਾਅਦ ਲੱਗ ਸਕਦਾ ਹੈ। ਉੱਥੇ ਉਮੀਦ ਇਹ ਕੀਤੀ ਜਾ ਰਹੀ ਹੈ ਯੂਪੀ ਦੇ ਵਿੱਚ ਕਿ ਬੀਜੇਪੀ ਰਿਪੀਟ ਕਰੇਗੀ। ਔਰ ਇਹ ਤੁਸੀਂ ਦੇਖਿਆ ਹੋਵੇਗਾ ਕਿ ਸੀ ਵੋਟਰ ਦੇ ਜਿਹੜੇ ਅੰਕੜੇ ਨੇ ਉਹ ਵੀ ਇਸ ਤਰ੍ਹਾਂ ਦੇ ਦਿਖਾਏ ਜਾ ਰਹੇ ਨੇ ਕਿ ਸ਼ਾਇਦ ਯੂਪੀ ਦੇ ਵਿੱਚ ਯੋਗੀ ਸਰਕਾਰ ਜਿਹੜੀ ਹੈਗੀ ਆ ਰਿਪੀਟ ਕਰ ਜਾਏ। ਪਰ ਜੋ ਇਸ ਵੇਲੇ ਜ਼ਮੀਨੀ ਹਕੀਕਤਾਂ ਨੇ ਉੱਥੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਯੂਪੀ ਸਰਕਾਰ, ਯੂਪੀ ਦੇ ਵਿੱਚ ਜਿਹੜੀ ਮੋਦੀ ਔਰ ਯੋਗੀ ਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ, ਉਹਦੇ ਲਈ ਬਹੁਤ ਇੱਕ ਸੰਕਟ ਦੀ ਘੜੀ ਸਾਹਮਣੇ ਦਿਖਾਈ ਦੇ ਰਹੀ ਹੈ। ਔਰ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ, ਕਿਉਂਕਿ ਹਜੇ ਟਾਈਮ ਬਹੁਤ ਪਿਆ, ਵੱਡੀ ਗੱਲ ਜਿਹੜੀ ਸਮਝਣ ਵਾਲੀ ਹੈ ਕਿ ਜੇਕਰ ਇਹ ਨੇੜੇ ਹੁੰਦਾ ਵੋਟਾਂ ਦੇ ਤਾਂ ਇਸ ਨੂੰ ਕਹਿ ਸਕਦੇ ਕਿ ਬਹੁਤ ਘੱਟ ਅਸਰ ਪਿਆ। ਪਰ ਕਿਉਂਕਿ ਹਜੇ ਲਗਭਗ 5 ਔਰ 6 ਮਹੀਨਿਆਂ ਦਾ ਸਮਾਂ ਪਿਆ ਚੋਣਾਂ ਦੇ ਵਿੱਚ, ਇਸ ਕਰਕੇ ਬਹੁਤ ਸਾਰੀਆਂ ਹੋਰ ਵੱਡੀਆਂ ਸੰਭਾਵਨਾਵਾਂ, ਵੱਡੀਆਂ ਤਬਦੀਲੀਆਂ ਇਹਨਾਂ ਸਟੇਟਾਂ ਦੇ ਵਿੱਚ ਆਉਣ ਦੀਆਂ ਸੰਭਾਵਨਾਵਾਂ ਨੇ। ਔਰ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਸ ਕਿਸਮ ਦੇ ਨਾਲ ਉਤਸ਼ਾਹਿਤ ਕਿਸਾਨ ਨਜ਼ਰ ਆ ਰਿਹਾ ਸੀਗਾ, ਉਤਸ਼ਾਹਿਤ ਕਿਸਾਨ ਬੀਬੀਆਂ ਨਜ਼ਰ ਆ ਰਹੀਆਂ ਸੀਗੀਆਂ, ਨੌਜਵਾਨ ਬੱਚੇ ਜਿਹੜੇ ਉਤਸ਼ਾਹਿਤ ਨਜ਼ਰ ਆ ਰਹੇ ਸੀ ਉਸ ਰੈਲੀ ਦੇ ਵਿੱਚ, ਉੱਥੋਂ ਇਹੀ ਲੱਗ ਰਿਹਾ ਸੀਗਾ ਕਿ ਭਵਿੱਖ ਦੇ ਵਿੱਚ ਬੀਜੇਪੀ ਦਾ ਉਸ ਸਟੇਟ ਦੇ ਵਿੱਚੋਂ ਸਫਾਇਆ ਹੋਣ ਜਾ ਰਿਹਾ ਹੈ, ਜਿਸ ਸਟੇਟ ਦੇ ਕਰਕੇ ਉਹ ਸੈਂਟਰ ਦੇ ਵਿੱਚ ਸੱਤਾ 'ਚ ਆਈ ਸੀਗੀ, ਜਿਸ ਸਟੇਟ ਦੇ ਵਿੱਚੋਂ ਸਭ ਤੋਂ ਵੱਧ ਉਹਨਾਂ ਨੇ ਵੋਟਾਂ ਲਈਆਂ ਸੀਗੀਆਂ, ਵੱਧ ਤੋਂ ਵੱਧ ਸੀਟਾਂ ਜਿੱਤੀਆਂ ਸੀਗੀਆਂ, ਉਹੀ ਸਟੇਟ ਜਿਹੜਾ ਹੈਗਾ ਬੀਜੇਪੀ ਨੂੰ ਬਿਲਕੁਲ ਨੁੱਕਰ ਤੇ ਖੜਾ ਕਰ ਦੇਗਾ, ਬਿਲਕੁਲ ਖੁੱਡੇ ਲੈਣ ਲਾ ਦੇਗਾ। ਸੋ ਇਸ ਕਰਕੇ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਯੂਪੀ ਦੀਆਂ ਚਾਹੇ ਚੋਣਾਂ ਹੋਣ, ਚਾਹੇ ਉੱਤਰਾਖੰਡ ਦੀਆਂ ਹੋਣ, ਚਾਹੇ ਪੰਜਾਬ ਦੀਆਂ ਹੋਣ, ਇਹਨਾਂ ਸਟੇਟਾਂ ਦੇ ਵਿੱਚ ਬੀਜੇਪੀ ਦਾ ਜਿਹੜਾ ਹੈਗਾ ਜਿਸ ਤਰ੍ਹਾਂ ਦਾ ਨੁਕਸਾਨ ਹੋਣਾ ਹੈ ਉਹ ਸ਼ਾਇਦ ਬੀਜੇਪੀ ਵੀ ਉਹਦੀ ਭਵਿੱਖਬਾਣੀ ਨਾ ਕਰ ਸਕੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਨੇ ਹਜੇ ਤੱਕ ਸਬਕ ਨਹੀਂ ਸਿੱਖਿਆ। ਬੀਜੇਪੀ ਨੂੰ ਸਬਕ ਸਿੱਖਣਾ ਚਾਹੀਦਾ ਸੀਗਾ, ਬੀਜੇਪੀ ਨੂੰ ਲਾਈਨ ਤੇ ਆਉਣਾ ਚਾਹੀਦਾ ਸੀਗਾ। ਬੀਜੇਪੀ ਨੂੰ ਜਿਹੜੀਆਂ ਬੀਜੇਪੀ ਕਹਿੰਦੀ ਸੀਗੀ ਕਿ ਅਸੀਂ ਇੱਕ ਫੋਨ ਦੀ ਕਾਲ ਦੀ ਦੂਰੀ ਤੇ ਆ, ਉਹ ਫੋਨ ਕਾਲ ਆਉਣਾ ਚਾਹੀਦਾ ਸੀਗਾ। ਔਰ ਹੋ ਕੀ ਰਿਹਾ, ਹੋ ਸਗੋਂ ਉਲਟ ਰਿਹਾ। ਸਗੋਂ ਆਪਾਂ ਦੇਖਿਆ ਕਿ ਜਿਵੇਂ ਕਰਨਾਲ ਦੇ ਵਿੱਚ ਜਿਹੜਾ ਸੀਗਾ, ਜਿਸ ਕਿਸਮ ਦੇ ਨਾਲ ਕੁਟਾਪਾ ਚਾੜਿਆ ਗਿਆ ਕਿਸਾਨਾਂ ਨੂੰ ਔਰ ਉਹਨਾਂ ਦੀਆਂ ਹੱਡੀਆਂ ਤੋੜੀਆਂ ਗਈਆਂ, ਲੱਤਾਂ ਤੋੜੀਆਂ ਗਈਆਂ, ਬਾਹਾਂ ਤੋੜੀਆਂ ਗਈਆਂ, ਸਿਰ ਭੰਨੇ ਗਏ, ਖੂਨੋ ਖੂਨ ਕਿਸਾਨਾਂ ਨੂੰ ਕੀਤਾ ਗਿਆ। ਉੱਥੋਂ ਹੀ ਲੱਗ ਰਿਹਾ ਹੈ ਕਿ
ਬੀਜੇਪੀ ਹਜੇ ਸਿੱਖ ਨਹੀਂ ਰਹੀ। ਬੀਜੇਪੀ ਨੂੰ ਹਜੇ ਨਹੀਂ ਪਤਾ ਲੱਗ ਰਿਹਾ ਕਿ ਸਾਡੀਆਂ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੀਆਂ ਹਾਰਾਂ ਆਉਣ ਵਾਲੀਆਂ ਨੇ। ਇੱਕ ਕਿਸਮ ਦੀ ਹੈਂਕੜਬਾਜ਼ੀ, ਇੱਕ ਕਿਸਮ ਦਾ ਹੰਕਾਰ ਉਹਨਾਂ ਦੇ ਗੱਲਬਾਤ ਦੇ ਵਿੱਚ ਦਿਖਾਈ ਦੇ ਰਿਹਾ। ਸੋ ਚਾਹੀਦਾ ਤਾਂ ਇਹ ਸੀਗਾ ਖੱਟਰ ਸਾਹਿਬ ਨੂੰ ਕਿ ਗੱਲਬਾਤ ਦੀ ਟਾਕ ਦੇ ਉੱਤੇ ਗੱਲ ਹੁੰਦੀ ਔਰ ਟੇਬਲ ਦੇ ਉੱਤੇ ਬੈਠਿਆ ਜਾਂਦਾ, ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ। ਪਰ ਆਪਣੇ ਅੜੀਅਲ ਰਵੱਈਏ ਦੇ ਕਾਰਨ ਖੱਟਰ ਸਰਕਾਰ ਜਿਹੜੀ ਹੈਗੀ ਹੈ ਉਹ ਆਪਣੀ ਅੜੀ ਦੇ ਉੱਤੇ ਅੜੀ ਹੋਈ ਹੈ ਔਰ ਕਿਸਾਨਾਂ ਦੇ ਨਾਲ ਪੰਗਾ ਲੈ ਰਹੀ ਹੈ। ਔਰ ਤੁਸੀਂ ਦੇਖੋਗੇ ਕਿ ਹਰਿਆਣੇ ਦੇ ਵਿੱਚ ਜੇਕਰ ਜੇਜੇਪੀ ਨੇ ਉਹਨਾਂ ਦੀ ਪੌੜੀ ਖਿੱਚ ਲਈ ਤਾਂ ਲਾਜ਼ਮੀ ਤੌਰ ਤੇ ਖੱਟਰ ਸਰਕਾਰ ਦੇ ਲਈ ਬਹੁਤ ਵੱਡੀਆਂ ਸਮੱਸਿਆਵਾਂ ਆ ਸਕਦੀਆਂ ਨੇ। ਸੋ ਇਸ ਕਰਕੇ ਕਰਨਾਲ ਵਾਲੀ ਰੈਲੀ ਵੀ ਜਿਹੜੀ ਹੈਗੀ ਹੈ ਬਹੁਤ ਇੰਪੋਰਟੈਂਟ ਅੱਜ ਨਜ਼ਰ ਆ ਰਹੀ ਹੈ ਔਰ ਇਹਦਾ ਅਸਰ ਤੁਸੀਂ ਦੇਖੋਗੇ ਕਿ ਇਹਦਾ ਅਸਰ ਦੂਰ ਤੱਕ ਜਾਏਗਾ। ਜੇਕਰ ਇਹਦਾ ਅਸਰ ਆਪਾਂ ਦੇਖ ਸਕਦੇ ਹਾਂ ਕਿ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਦਾ ਜਾ ਸਕਦਾ ਹੈ ਕਿ ਜੇਜੇਪੀ ਦੇ ਜਿਹੜੇ ਬਾਕੀ ਲੀਡਰ ਸਾਹਿਬਾਨ ਨੇ, ਜੇ ਆਪਾਂ ਉੱਪਰਲੀ ਲੀਡਰਸ਼ਿਪ ਨੂੰ ਛੱਡ ਵੀ ਦਈਏ, ਜਿਹੜੇ ਥੱਲੇ ਵਾਲੇ ਲੀਡਰ ਸਾਹਿਬਾਨ ਨੇ ਜੇਜੇਪੀ ਦੇ, ਜੇਕਰ ਉਹ ਪਾਰਟੀ ਛੱਡਦੇ ਨੇ, ਜੇਕਰ ਵਲੰਟੀਅਰ ਉਹਦੇ ਥੱਲੋਂ ਖਿਸਕਦਾ ਹੈ ਤਾਂ ਲਾਜ਼ਮੀ ਤੌਰ ਤੇ ਜੇਜੇਪੀ ਲਈ ਵੀ ਬਹੁਤ ਵੱਡਾ ਖਤਰਾ ਖੜਾ ਹੋ ਸਕਦਾ ਹੈ। ਸੋ ਜੇਜੇਪੀ ਨੂੰ ਵੀ ਸਮਝਣ ਦੀ ਲੋੜ ਹੈ ਕਿ ਅੱਜ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਕਰਕੇ, ਜਿਨ੍ਹਾਂ ਲੋਕਾਂ ਦੀਆਂ ਆਪਾਂ ਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਿਸਾਨਾਂ ਦੇ ਨਾਲ ਖੜਾਂਗੇ, ਉਹਨਾਂ ਦੀਆਂ ਵੋਟਾਂ ਲੈ ਕੇ ਤੁਸੀਂ ਸੱਤਾ 'ਚ ਆਏ ਹੋ, ਤੁਹਾਨੂੰ ਲੋਕਾਂ ਨੇ ਸੀਟਾਂ ਜਿਤਾਈਆਂ ਨੇ, ਤਾਂ ਤੁਸੀਂ ਅੱਜ ਲੋਕਾਂ ਦੇ ਬਾਰੇ ਸੋਚੋ, ਕਿਸਾਨਾਂ ਦੇ ਬਾਰੇ ਸੋਚੋ। ਅੱਜ ਕਿਸਾਨ ਜਿਹੜਾ ਹੈਗਾ ਅੱਜ ਚੌਰਾਹੇ ਤੇ ਖੜਾ ਹੈ, ਅੱਜ ਸੜਕਾਂ ਤੇ ਖੜਾ ਹੈ, ਅੱਜ ਉਹ ਕੁੱਟ ਖਾਣ ਲਈ ਮਜਬੂਰ ਹੈ ਹਰਿਆਣੇ ਦੇ ਵਿੱਚ, ਅੱਜ ਉਹ ਵਿਚਾਰਾ ਹੱਡੀਆਂ ਤੁੜਵਾਉਣ ਲਈ ਮਜਬੂਰ ਹੈ। ਸੋ ਇਸ ਕਰਕੇ ਜੇਕਰ ਜੇਜੇਪੀ ਇਹ ਕਿਸਾਨਾਂ ਦੀ ਇਸ ਭਾਵਨਾ ਨੂੰ ਨਹੀਂ ਸਮਝ ਰਹੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜੇਜੇਪੀ ਦੇ ਵਿੱਚ ਦੁਫਾੜ ਪੈਦਾ ਹੋ ਸਕਦੀ ਹੈ। ਜੇਕਰ ਦੁਫਾੜ ਪੈਦਾ ਹੁੰਦੀ ਹੈ ਤਾਂ ਲਾਜ਼ਮੀ ਤੌਰ ਤੇ ਬਹੁਤ ਵੱਡਾ ਸੰਕਟ ਜੇਜੇਪੀ ਦੇ ਵਿੱਚ ਆ ਸਕਦਾ ਹੈ ਔਰ ਜੇ ਜੇਜੇਪੀ ਦੇ ਵਿੱਚ ਆਏਗਾ ਤਾਂ ਲਾਜ਼ਮੀ ਤੌਰ ਤੇ ਬੀਜੇਪੀ ਸਰਕਾਰ ਜਿਹੜੀ ਹੈਗੀ ਹੈ ਹਰਿਆਣੇ ਦੇ ਵਿੱਚ ਬਹੁਤ ਛੇਤੀ ਗਿਰ ਸਕਦੀ ਹੈ। ਸੋ ਅੱਜ ਦੀ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਕਰਨਾਲ ਦੀ ਰੈਲੀ ਹੈ, ਉਸ ਰੈਲੀ ਤੋਂ ਬਾਅਦ ਬਹੁਤ ਸਾਰੀਆਂ ਸੰਭਾਵਨਾਵਾਂ ਇਹ ਬਣ ਰਹੀਆਂ ਨੇ ਕਿ ਦੋਨਾਂ ਪਾਰਟੀਆਂ ਦੇ ਵਿੱਚ, ਬੀਜੇਪੀ ਔਰ ਜੇਜੇਪੀ ਦੇ ਵਿੱਚ ਬਹੁਤ ਸਾਰੇ ਸੰਕਟ, ਬਹੁਤ ਤੋੜ ਭੰਨ ਜਿਹੜੀ ਹੈਗੀ ਹੈ ਉਹ ਹੋ ਸਕਦੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਹੈਗੀ ਹੈ ਜਿੱਤ ਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆ ਰਹੀਆਂ ਨੇ, ਕਿਉਂਕਿ ਕਿਸਾਨ ਆਪਾਂ ਨੇ ਦੇਖਿਆ ਹੈ ਕਿ ਕਰਨਾਲ ਦੇ ਵਿੱਚ ਕਿ ਲਗਾਤਾਰ ਚਾਹੇ ਪੁਲਿਸ ਹੋਵੇ, ਚਾਹੇ ਸਰਕਾਰ ਹੋਵੇ, ਚਾਹੇ ਹੋਰ ਬਾਕੀ ਜਿਹੜੀਆਂ ਸੰਸਥਾਵਾਂ ਹੋਣ, ਉਹਨਾਂ ਨੇ ਕਿਸਾਨਾਂ ਦੀ ਇਸ ਰੈਲੀ ਨੂੰ ਰੋਕਣ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਨੇ ਯਤਨ ਕੀਤੇ ਨੇ ਔਰ ਉਹ ਯਤਨ ਕਿਸਾਨਾਂ ਨੇ ਫੇਲ ਕੀਤੇ ਨੇ ਔਰ ਲੱਖਾਂ ਦੀ ਤਾਦਾਦ ਵਿੱਚ ਚਾਹੇ ਪਿੰਡਾਂ ਚੋਂ, ਚਾਹੇ ਸ਼ਹਿਰਾਂ ਚੋਂ, ਕਸਬਿਆਂ ਚੋਂ ਔਰ ਨੇੜਲੀਆਂ ਸਟੇਟਾਂ ਚੋਂ ਜਿਹੜੇ ਲੋਕ ਨੇ ਉਹ ਇਸ ਰੈਲੀ 'ਚ ਸ਼ਾਮਲ ਹੋਏ ਨੇ। ਸੋ ਉਮੀਦ ਇਹ ਕੀਤੀ ਜਾਣੀ ਬਣਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ, ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਕਿਸਾਨ ਸੰਘਰਸ਼ ਜਿਹੜਾ ਹੈਗਾ, ਕਿਸਾਨ ਅੰਦੋਲਨ ਭਖੇਗਾ ਔਰ ਬੀਜੇਪੀ ਲਈ ਔਰ ਵੱਖ-ਵੱਖ ਸਰਕਾਰਾਂ ਦੇ ਲਈ, ਜਿਹੜੀ ਸਟੇਟ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਸਰਕਾਰ ਹੈ, ਜਿਹੜੀ ਪਾਰਟੀ ਦੀ ਵੀ ਸਰਕਾਰ ਹੈ, ਉਹਨਾਂ ਸਰਕਾਰਾਂ ਦੇ ਲਈ ਖਤਰੇ ਖੜੇ ਹੋ ਸਕਦੇ ਨੇ। ਇਹ ਸੰਭਾਵਨਾਵਾਂ ਇਹਨਾਂ ਰੈਲੀਆਂ ਤੋਂ, ਆਪਾਂ ਦੋ ਰੈਲੀਆਂ ਦੇਖੀਆਂ ਨੇ, ਚਾਹੇ ਉਹ ਮੁਜ਼ੱਫਰਨਗਰ ਦੀ ਹੋਵੇ, ਚਾਹੇ ਕਰਨਾਲ ਦੀ ਹੋਵੇ, ਇਹਨਾਂ ਰੈਲੀਆਂ ਤੋਂ ਇਹੀ ਨਜ਼ਰ ਆ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀ ਸਰਕਾਰਾਂ ਵੱਖ-ਵੱਖ ਸਟੇਟਾਂ 'ਚ ਹੈਗੀਆਂ ਨੇ, ਉਹਨਾਂ ਦੇ ਲਈ ਬਹੁਤ ਵੱਡੇ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਇਹਨਾਂ ਰੈਲੀਆਂ ਤੋਂ ਨਜ਼ਰ ਆ ਰਹੀਆਂ ਨੇ। ਸੁਖਵਿੰਦਰ ਜੀ, ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਜਦੋਂ ਹਰਿਆਣਾ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਹਰਿਆਣਾ ਦੇ ਵਿੱਚ ਕਿਸਾਨ ਬੇहद ਖੁਸ਼ਹਾਲ ਨੇ, ਜਿਹੜੇ ਬਾਹਰਲੇ ਕਿਸਾਨ ਲੀਡਰ ਨੇ ਉਹ ਆ ਕੇ ਇੱਥੇ ਭੜਕਾਉਂਦੇ ਨੇ, ਗੁਰਨਾਮ ਸਿੰਘ ਚੜੂੰਨੀ ਵਰਗੇ ਕਾਂਗਰਸ ਤੋਂ ਪੈਸੇ ਲੈ ਕੇ ਸਾਰਾ ਕੁਝ ਕਰ ਰਹੇ ਨੇ, ਇਹਨਾਂ ਨੂੰ ਕਿੱਦਾਂ ਦੇਖਿਆ ਜਾਵੇ ਇਹਨਾਂ ਬਿਆਨਾਂ ਨੂੰ, ਜਦਕਿ ਹਕੀਕਤ ਜਿਹੜੀ ਨਜ਼ਰਾਂ ਤਸਵੀਰਾਂ ਆਉਂਦੀਆਂ ਉਹ ਸਭ ਦੇ ਸਾਹਮਣੇ ਨੇ। ਫਿਰ ਵੀ ਸਰਕਾਰ ਜਿਹੜੀ ਆ ਉਹ ਇਸ ਅੜੀਅਲ ਰਵੱਈਏ ਦੇ ਉੱਤੇ ਕਿਸਾਨਾਂ ਦੇ ਪ੍ਰਤੀ ਕਿ ਸਾਡੇ ਕਿਸਾਨ ਤਾਂ ਬੇहद ਖੁਸ਼ਹਾਲ ਨੇ, ਪੰਜਾਬ ਵਾਲੇ ਆ ਕੇ ਉੱਥੋਂ ਇਹਨਾਂ ਨੂੰ ਉਕਸਾਉਂਦੇ ਨੇ। ਸੁਖਵਿੰਦਰ ਜੀ, ਜਦੋਂ ਆਪਾਂ ਕਹਿੰਦੇ ਆ ਕਿ ਇਹਨਾਂ ਨੂੰ ਕੋਈ ਹੋਰ ਉਕਸਾ ਰਿਹਾ, ਬਾਕੀ ਪਾਰਟੀਆਂ ਉਕਸਾ ਰਹੀਆਂ ਨੇ, ਕੋਈ ਕਹਿੰਦਾ ਕਾਂਗਰਸ ਉਕਸਾ ਰਹੀ ਹੈ, ਕੋਈ ਕਹਿੰਦਾ ਫਲਾਣੇ ਬੰਦੇ ਉਕਸਾ ਰਹੇ ਨੇ, ਮੈਨੂੰ ਇਹ ਲੱਗਦਾ ਕਿ ਕਿਸੇ ਨੂੰ ਇੱਕ ਵਾਰੀ ਉਕਸਾ ਸਕਦੇ ਹੋ, 2 ਵਾਰੀ ਉਕਸਾ ਸਕਦੇ ਹੋ, 3 ਵਾਰੀ ਉਕਸਾ ਸਕਦੇ ਹੋ, ਪਰ ਇੱਥੇ ਕੀ ਦੇਖ ਰਿਹਾ ਕਿ ਲਗਭਗ 1 ਸਾਲ ਹੋ ਚੁੱਕਿਆ ਹੈ ਔਰ ਸਾਡਾ ਕਿਸਾਨ ਜਿਹੜਾ ਹੈਗਾ, ਚਾਹੇ ਪੰਜਾਬ ਦਾ ਔਰ ਹਰਿਆਣੇ ਦਾ ਕਿਸਾਨ ਖਾਸ ਤੌਰ ਤੇ, ਲਗਾਤਾਰ ਲਗਭਗ 1 ਸਾਲ ਤੋਂ ਸੜਕਾਂ ਤੇ ਬੈਠਾ ਹੈ। ਤੁਸੀਂ ਇਹ ਤਾਂ ਹੈ ਨਹੀਂ ਕਿ ਤੁਸੀਂ ਇਹਨਾਂ ਨੂੰ ਸਾਲਾਂ ਬੱਧੀ ਤੁਸੀਂ ਉਕਸਾ ਸਕਦੇ ਹੋ, ਭੜਕਾ ਸਕਦੇ ਹੋ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸਰਕਾਰਾਂ ਨੂੰ ਇਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ ਔਰ ਇਹਨਾਂ ਦੀਆਂ ਸਮੱਸਿਆਵਾਂ ਕੀ ਨੇ। ਇਹਨਾਂ ਦੀਆਂ ਸਮੱਸਿਆਵਾਂ ਇਹ 3 ਕਾਲੇ ਕਾਨੂੰਨ ਇਸ ਲਈ ਨੇ
ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿਸਾਨਾਂ ਨੂੰ ਇਸ ਵੇਲੇ ਕਿ ਜੇਕਰ ਇਹ 3 ਕਾਲੇ ਕਾਨੂੰਨ ਲਾਗੂ ਹੁੰਦੇ ਨੇ ਤਾਂ ਲਾਜ਼ਮੀ ਤੌਰ ਤੇ ਇਸ ਦੇ ਨਾਲ ਇਹਨਾਂ ਦੀ ਜ਼ਮੀਨ, ਇਹਨਾਂ ਦੀਆਂ ਜ਼ਮੀਨਾਂ, ਇਹਨਾਂ ਦੀਆਂ ਜਿਹੜੀਆਂ ਅਗਲੀਆਂ ਨਸਲਾਂ ਨੇ, ਫਸਲਾਂ ਨੇ, ਉਹ ਸਾਰੀਆਂ ਜਿਹੜੀਆਂ ਨੇ ਉਹ ਅਡਾਨੀ ਔਰ ਅਬਾਨੀ ਦੇ ਕੰਟਰੋਲ 'ਚ ਆ ਸਕਦੀਆਂ ਨੇ। ਔਰ ਆਪਾਂ ਨੂੰ ਵੀ ਪਤਾ ਹੈ ਕਿ ਜੇਕਰ ਇਹ ਸੱਚੀ ਮੁੱਚੀ ਕਾਨੂੰਨ ਲਾਗੂ ਹੁੰਦੇ ਨੇ ਤਾਂ ਲਾਜ਼ਮੀ ਤੌਰ ਤੇ ਜਿਵੇਂ ਬਾਕੀ ਚੀਜ਼ਾਂ ਪ੍ਰਾਈਵੇਟ ਹੋ ਚੁੱਕੀਆਂ ਨੇ, ਖਾਸ ਤੌਰ ਤੇ ਰੇਲਾਂ ਪ੍ਰਾਈਵੇਟ ਕੀਤੀਆਂ ਗਈਆਂ ਬੀਜੇਪੀ ਦੁਆਰਾ, ਜਾਂ ਹੋਰ ਜਿਹੜੇ ਹਰ ਚੀਜ਼ ਪ੍ਰਾਈਵੇਟ, ਚਾਹੇ ਬਿਜਲੀ ਹੋਵੇ, ਚਾਹੇ ਬਾਕੀ ਚੀਜ਼ਾਂ ਹੋਣ, ਹਰ ਚੀਜ਼ ਉਹਨਾਂ ਨੇ ਐਜੂਕੇਸ਼ਨ, ਹੈਲਥ ਜਿਹੜੀ ਹੈਗੀ ਆ ਪ੍ਰਾਈਵੇਟ ਕੀਤੀ ਹੈ। ਸੋ ਉਸੇ ਤਰ੍ਹਾਂ ਹੁਣ ਖੇਤੀਬਾੜੀ ਨੂੰ ਵੀ ਪ੍ਰਾਈਵੇਟ ਕਰਕੇ ਹੋਰ ਮੁਨਾਫਾ ਆਪਣੇ ਦੋਸਤਾਂ ਨੂੰ, ਅਡਾਨੀਆਂ ਅਬਾਨੀਆਂ ਨੂੰ ਮੋਦੀ ਸਾਹਿਬ ਦੇਣਾ ਚਾਹੁੰਦੇ ਨੇ। ਸੋ ਇਹ ਗੱਲ ਹੁਣ ਕਿਸਾਨਾਂ ਦੇ ਬਿਲਕੁਲ ਪੱਲੇ ਪੈ ਚੁੱਕੀ ਹੈ, ਸਮਝ ਆ ਚੁੱਕੀ ਹੈ ਉਹਨਾਂ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹੀ ਹਾਲਾਤ ਰਹੇ ਤਾਂ ਲਾਜ਼ਮੀ ਤੌਰ ਤੇ ਇਸ ਨਾਲ ਜਿਹੜਾ ਹੈਗਾ ਕਿਸਾਨੀ ਹੋਰ ਥੱਲੇ ਜਾਏਗੀ। ਬੇਸ਼ੱਕ ਸਰਕਾਰਾਂ ਜ਼ਰੂਰ ਇਹ ਕਹਿੰਦੀਆਂ ਨੇ ਕਿ 22 ਦੇ ਵਿੱਚ ਤੁਹਾਡੀ ਆਮਦਨ ਦੁੱਗਣੀ ਹੋ ਜਾਊਗੀ, ਪਰ ਦੁੱਗਣੀ ਆਮਦਨ ਕਿੰਨਾ ਦੀ ਹੋ ਰਹੀ ਹੈ? ਦੁੱਗਣੀ ਨਹੀਂ, ਕਈ ਗੁਣਾ ਜ਼ਿਆਦਾ ਵੱਧ ਰਹੀ ਹੈ ਅਡਾਨੀਆਂ ਅਬਾਨੀਆਂ ਦੀ। ਆਪਾਂ ਨੂੰ ਵੀ ਪਤਾ ਹੈ ਕਿ ਚਾਹੇ ਉਹ ਤੇਲ ਹੋਵੇ, ਪੈਟਰੋਲ ਹੋਵੇ, ਡੀਜ਼ਲ ਹੋਵੇ, ਗੈਸ ਹੋਵੇ, ਹਰ ਚੀਜ਼ ਜਿਹੜੀ ਹੈਗੀ ਆ ਉਹਨਾਂ ਨੂੰ ਸੌਂਪ ਰੱਖੀ ਹੈ ਉਹਨਾਂ ਨੇ। ਔਰ ਪ੍ਰਾਈਵੇਟ ਹੱਥਾਂ 'ਚ ਜਿਹੜੀਆਂ ਚੀਜ਼ਾਂ ਜਾ ਰਹੀਆਂ ਨੇ, ਉਹ ਮਹਿੰਗਾਈ ਇਸ ਤਰ੍ਹਾਂ ਵੱਧ ਰਹੀ ਹੈ ਕਿ ਇਸ ਵੇਲੇ ਆਮ ਲੋਕਾਂ ਦਾ ਕਚੂੰਬਰ ਨਿਕਲ ਰਿਹਾ ਹੈ। ਔਰ ਆਪਾਂ ਦੇਖ ਰਹੇ ਹਾਂ ਕਿ ਵੱਖ-ਵੱਖ, ਚਾਹੇ ਉਹ ਬੇਰੁਜ਼ਗਾਰੀ ਦੀ ਗੱਲ ਹੋਵੇ, ਚਾਹੇ ਕਿਸਾਨ ਜਿਹੜਾ ਹੈਗਾ, ਕਿਸਾਨਾਂ ਦਾ ਕਿਹੜਾ ਦਿਲ ਕਰਦਾ ਹੈ ਕਿ ਗਲਾਂ 'ਚ ਰੱਸੇ ਪਾਉਣ ਦਾ। ਤੁਸੀਂ ਦੇਖਿਆ ਹੋਵੇਗਾ, ਚਾਹੇ ਪੰਜਾਬ ਦਾ ਕਿਸਾਨ ਹੋਵੇ, ਹਰਿਆਣੇ ਦਾ ਕਿਸਾਨ ਹੋਵੇ, ਹਰ ਰੋਜ਼ ਉਹ ਸੁਸਾਈਡ ਕਰਨ ਦੀ ਲਈ ਮਜਬੂਰ ਹੈ। ਉਹਦੇ ਉੱਤੇ ਲੱਖਾਂ ਕਰੋੜਾਂ ਰੁਪਈਆਂ ਦਾ ਜਿਹੜਾ ਹੈਗਾ ਕਰਜ਼ਾ ਚੜਿਆ ਹੋਇਆ। ਸੋ ਇਸ ਕਰਕੇ ਇਹਨਾਂ ਸਮੱਸਿਆਵਾਂ ਨੂੰ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ। ਜਿਹੜੇ ਵੱਡੇ-ਵੱਡੇ ਵਾਅਦੇ ਕਰਕੇ, ਜਿਵੇਂ ਤੁਸੀਂ ਵੀ ਇਸ਼ਾਰਾ ਕੀਤਾ ਸੀਗਾ ਸ਼ੁਰੂ ਦੇ ਵਿੱਚ ਕਿ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਡੀ ਅਸੀਂ ਫਸਲ ਚੱਕ ਲਾਂਗੇ, ਤੁਹਾਡੀ ਅਸੀਂ ਕੁਰਕੀ ਨਹੀਂ ਹੋਣ ਦੇਵਾਂਗੇ ਜ਼ਮੀਨਾਂ ਦੀ। ਇਹਨਾਂ 4.5 ਸਾਲਾਂ ਦੇ ਵਿੱਚ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਕੁਰਕੀ ਵੀ ਹੋਈ ਹੈ, ਉਹਨਾਂ ਦੀਆਂ ਫਸਲਾਂ ਵੀ ਰੁਲੀਆਂ ਨੇ। ਇੱਥੋਂ ਤੱਕ ਕਿ ਜਿਹੜਾ ਉਹਨਾਂ ਨੇ ਕਿਹਾ ਸੀਗਾ ਕੈਪਟਨ ਸਾਹਿਬ ਨੇ ਕਿ ਮੈਂ ਹਰ ਤਰ੍ਹਾਂ ਦਾ ਕਰਜ਼ਾ ਕਿਸਾਨਾਂ ਦਾ ਮਾਫ ਕਰਾਂਗਾ, ਚਾਹੇ ਉਹ ਬੈਂਕਾਂ ਦਾ ਕਰਜ਼ਾ ਹੈ, ਪ੍ਰਾਈਵੇਟ ਬੈਂਕਾਂ ਦਾ ਹੈ, ਚਾਹੇ ਸਰਕਾਰੀ ਬੈਂਕਾਂ ਦਾ, ਜਾਂ ਆੜ੍ਹਤੀਆਂ ਤੱਕ ਦਾ ਕਿਹਾ ਸੀਗਾ ਕਿ ਮੈਂ ਹਰ ਤਰ੍ਹਾਂ ਦਾ ਕਰਜ਼ਾ ਜਿਹੜਾ ਹੈਗਾ 1 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਮਾਫ ਕਰ ਦਾਂਗਾ। ਪਰ ਹੋਇਆ ਕਿ ਸਿਰਫ 5 ਜਾਂ 7% ਕਰਜ਼ਾ ਮਾਫ ਕਰਕੇ ਉਹਨਾਂ ਨੇ ਇਹ ਕਹਿਤਾ ਕਿ ਅਸੀਂ ਤਾਂ ਸਾਰੇ ਵਾਅਦੇ ਜਿਹੜੇ ਨੇ ਲਗਭਗ 93% ਵਾਅਦੇ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਪੂਰੇ ਕਰਤੇ। ਸੋ ਜੇਕਰ 93% ਵਾਅਦੇ ਉਹ ਪੂਰੇ ਕਰਨਾ ਕਹਿ ਸਕਦੇ ਨੇ ਤਾਂ ਇਹਦਾ ਮਤਲਬ ਤਾਂ ਕਿਸਾਨਾਂ ਦਾ ਮਸਲਾ ਹੱਲ ਹੋ ਚੁੱਕਿਆ ਹੈ। ਸੋ ਆਪਾਂ ਹਕੀਕਤ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਕੁਝ ਵੀ ਨਹੀਂ ਹੋਇਆ, ਕਿਸਾਨ ਉਸੇ ਤਰ੍ਹਾਂ ਸੁਸਾਈਡ ਕਰ ਰਿਹਾ ਹੈ, ਉਸੇ ਤਰ੍ਹਾਂ ਕਰਜ਼ਾ ਦੇ ਵਿੱਚ ਫਸਿਆ ਹੋਇਆ, ਉਸੇ ਤਰ੍ਹਾਂ ਜਿਹੜਾ ਹੈਗਾ ਜਿਵੇਂ ਪਹਿਲਾਂ ਮਹਿੰਗਾਈ ਦੀ ਮਾਰ ਚੱਲ ਰਿਹਾ ਸੀਗਾ, ਸਗੋਂ ਉਸ ਤੋਂ ਵੀ ਜ਼ਿਆਦਾ ਮਹਿੰਗਾਈ ਇਸ ਵੇਲੇ ਹੋ ਚੁੱਕੀ ਹੈ। ਅੱਜ ਆਪਾਂ ਜੇ ਉਹਨਾਂ ਦੀ ਖਾਦਾਂ ਦੀ ਗੱਲ ਕਰੀਏ ਤਾਂ ਖਾਦਾਂ ਵੀ ਜਿਹੜੀਆਂ ਨੇ ਉਹਦੇ ਹੱਥ ਚੋਂ ਨਹੀਂ ਨਿਕਲ ਚੁੱਕੀਆਂ ਨੇ। ਅੱਜ ਖਾਦਾਂ ਉਹਨੂੰ ਨਹੀਂ ਮਿਲ ਰਹੀਆਂ। ਅੱਜ ਤੇਲ, ਪੈਟਰੋਲ, ਡੀਜ਼ਲ ਦਾ ਜਿਹੜਾ ਮਹਿੰਗਾਈ ਹੈ ਉਹ ਨਹੀਂ ਖਰੀਦ ਪਾ ਰਿਹਾ। ਸੋ ਇਸ ਕਰਕੇ ਆਪਾਂ ਦੇਖ ਰਹੇ ਹਾਂ ਕਿ ਕਿਸਾਨਾਂ ਦੇ ਮਸਲੇ ਜਿਉਂ ਦੇ ਤਿਉਂ ਖੜੇ ਨੇ, ਪਰ ਇਹ ਸਰਕਾਰਾਂ ਉਲਟਾ ਇਹ ਕਹਿ ਰਹੀਆਂ ਨੇ ਕਿ ਕਿਸਾਨ ਤਾਂ ਬਹੁਤ ਖੁਸ਼ਹਾਲ ਹੋ ਰਿਹਾ ਹੈ, ਇਹਨਾਂ ਕਾਲੇ ਕਾਨੂੰਨਾਂ ਦੇ ਨਾਲ ਹੋਰ ਖੁਸ਼ਹਾਲ ਹੋਏਗਾ, ਹੋਰ ਉਹਦੀ ਆਮਦਨ ਵੱਧ ਜਾਏਗੀ। ਸੋ ਉਹਨਾਂ ਨੂੰ ਘਰਾਂ 'ਚ ਬੈਠਣਾ ਚਾਹੀਦਾ ਹੈ। ਮੈਨੂੰ ਲੱਗਦਾ ਕਿ ਇਸ ਤੋਂ ਵੱਡਾ ਕੋਈ ਝੂਠ ਜਿਹੜਾ ਹੈਗਾ ਕੋਈ ਨਜ਼ਰ ਨਹੀਂ ਆ ਰਿਹਾ। ਸੋ ਕਿਸ ਤਰ੍ਹਾਂ ਇਹ ਜਿਹੜੀਆਂ ਸਰਕਾਰਾਂ ਨੇ ਆਪਣੇ ਗੋਦੀ ਮੀਡੀਏ ਦੇ ਰਾਹੀਂ ਇਹ ਸਾਰੀਆਂ ਚੀਜ਼ਾਂ, ਇਹ ਭਰਮ ਫੈਲਾਉਂਦੀਆਂ ਨੇ ਕਿ ਕਿਸਾਨਾਂ ਨੂੰ ਅਸੀਂ ਬਹੁਤ ਕੁਝ ਦੇ ਰਹੇ ਹਾਂ, ਕਿਸਾਨਾਂ ਦੇ ਲਈ ਅਸੀਂ ਆਹ ਕਰ ਰਹੇ ਹਾਂ, ਕਿਸਾਨਾਂ ਦੇ ਲਈ ਡਿਜੀਟਲ ਖੇਤੀ ਦੀ ਜਿਹੜੀ ਟਰਮ ਹੈ ਉਹ ਕਢੀ ਜਾ ਰਹੀ ਹੈ ਕਿ ਹੁਣ ਖੇਤੀ ਵੀ ਡਿਜੀਟਲ ਹੋ ਜਾਏਗੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕਿਸਾਨਾਂ ਨੂੰ ਕਿਸਾਨ ਬਣੇ ਰਹਿਣ ਦਿਓ, ਉਹਨਾਂ ਦੀਆਂ ਜ਼ਮੀਨਾਂ, ਉਹਨਾਂ ਦੀਆਂ ਫਸਲਾਂ, ਉਹਨਾਂ ਦੇ ਨਸਲਾਂ ਨੂੰ ਬਚਾਉਣ ਦੀ ਅੱਜ ਗੱਲ ਜਿਹੜੀ ਉਹ ਕਰ ਰਹੇ ਨੇ, ਉਹਦੇ ਵਿੱਚ ਸਾਥ ਦਿਓ, ਨਾ ਕਿ ਭਰਮ ਭੁਲੇਖੇ ਪਾ ਕੇ ਆਪਣੇ ਵੱਖ-ਵੱਖ ਮਾਧਿਅਮਾਂ ਦੇ ਰਾਹੀਂ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਨਾ ਕਰੋ। ਸਗੋਂ ਜਿਹੜੇ ਲੋਕ ਜਿਹੜੇ ਮੰਗਾਂ ਉਹ ਕਿਸਾਨ ਅੱਜ ਮੰਗ ਰਹੇ ਨੇ, ਜੇ ਆਪਾਂ ਕਹੀਏ ਕਰਨਾਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕਰਨਾਲ ਦੇ ਵਿੱਚ ਜੇਕਰ ਉਹ ਕਹਿ ਰਹੇ ਨੇ ਕਿ ਐਸਡੀਐਮ ਨੂੰ ਬਰਖਾਸਤ ਕਰੋ, ਐਸਡੀਐਮ ਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਹੈ ਹੋਣੀ ਚਾਹੀਦੀ ਹੈ, ਤਾਂ ਉਹ ਕਾਨੂੰਨੀ ਕਾਰਵਾਈ ਕਰੋ। ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਨੇ, 550 ਕਿਸਾਨ, ਜਾਂ ਆਪਾਂ ਕਹੀਏ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਕਰਨਾਲ ਦੇ ਵਿੱਚ ਸ਼ਹੀਦ ਹੋਇਆ ਕਿਸਾਨ, ਉਹਦੀਆਂ ਜਿਹੜੀਆਂ ਉਹਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਜਿਹੜਾ ਹੈਗਾ ਕੋਈ ਖਾਸ ਗੱਲ ਨਹੀਂ ਹੈ ਸਰਕਾਰਾਂ ਦੇ ਲਈ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਸਾਰੀਆਂ ਚੀਜ਼ਾਂ ਨੂੰ ਭਰਮਾ ਕੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਨਾ ਕਰਨ। ਸਗੋਂ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ, ਜਿਹੜੇ ਹੱਕੀ ਮੰਗਾਂ ਨੇ, ਜਿਹਦੇ ਕਰਕੇ ਲਗਭਗ 1 ਸਾਲ ਤੋਂ ਉਹ ਵਿਚਾਰੇ ਬੈਠੇ ਨੇ ਸੜਕਾਂ ਦੇ ਉੱਤੇ, ਦਿੱਲੀ ਦੇ ਜਿਹੜੇ ਬਾਰਡਰਾਂ ਦੇ ਉੱਤੇ, ਤਾਂ ਉਹਨਾਂ ਨੂੰ ਜ਼ਰੂਰ ਉਹਨਾਂ ਦੀਆਂ ਗੱਲਾਂ, ਉਹਨਾਂ ਨਾਲ ਸੰਵਾਦ ਰਚਾਉਣਾ ਚਾਹੀਦਾ ਹੈ।
ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇੱਕ ਫੋਨ ਕਾਲ ਦੀ ਦੂਰੀ ਤੇ ਅੱਜ ਕਹਿ ਕੇ ਮੁੱਕਰੇ ਨੇ ਮੋਦੀ ਸਾਹਿਬ, ਉਹ ਫੋਨ ਆਉਣਾ ਚਾਹੀਦਾ ਹੈ ਔਰ ਡਾਇਲੌਗ ਦੇ ਵਿੱਚੋਂ ਹੀ ਇਹ ਜਿਹੜੇ ਮਸਲੇ ਹੱਲ ਹੋ ਸਕਦੇ ਨੇ, ਬਿਨਾਂ ਡਾਇਲੌਗ ਤੋਂ ਨਹੀਂ ਹੋਏਗਾ। ਸੋ ਮੋਦੀ ਸਾਹਿਬ ਨੂੰ ਔਰ ਯੋਗੀ ਸਾਹਿਬ ਨੂੰ ਔਰ ਖੱਟਰ ਸਾਹਿਬ ਨੂੰ ਅੱਜ ਬੁਨਿਆਦੀ ਲੋੜ ਇਹੀ ਗੱਲ ਦੀ ਹੈ ਕਿ ਉਹ ਪ੍ਰੈਸ਼ਰ ਬਣਾਉਣ ਔਰ ਕਹਿਣ ਆਪਣੇ ਕ੍ਰਿਸ਼ੀ ਮੰਤਰੀ ਨੂੰ, ਖੇਤੀ ਮੰਤਰੀ ਨੂੰ ਕਿ ਦੁਬਾਰਾ ਜਿਹੜਾ ਹੈਗਾ ਉਹਨਾਂ ਦੇ ਨਾਲ, ਕਿਸਾਨਾਂ ਦੇ ਨਾਲ ਬੈਠਿਆ ਜਾਏ ਔਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਸੰਵੇਦਨਸ਼ੀਲਤਾ ਦੇ ਨਾਲ ਸੁਣੀਆਂ ਜਾਣ ਔਰ ਉਹਨਾਂ ਦਾ ਹੱਲ ਕੀਤਾ ਜਾਵੇ। ਸੁਖਵਿੰਦਰ ਜੀ। ਬਿਲਕੁਲ ਬਿਲकुल। ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਹੈ, ਇਸ ਸਭ ਦੇ ਵਿਚਾਲੇ ਸਰਕਾਰ ਦੀ ਹੱਠਧਰਮੀ ਨੂੰ ਕਿੱਦਾਂ ਦੇਖਦੇ ਹੋ, ਕੇਂਦਰ ਸਰਕਾਰ ਦੀ ਖਾਸ ਕਰ, ਕਿ ਹਾਲੇ ਤੱਕ ਜਦੋਂ ਵੀ ਗੱਲ ਹੁੰਦੀ ਹੈ ਕਿ ਗੱਲਬਾਤ ਹੋ ਜਾਣੀ ਚਾਹੀਦੀ ਆ, ਕਿਸਾਨਾਂ ਦੇ ਵੱਡੇ ਵੱਡੇ ਇਕੱਠ, ਸ਼ਾਇਦ ਸਰਕਾਰ ਇਸ ਗੱਲ ਦੀ ਪਰਵਾਹ ਨਹੀਂ ਕਰਦੀ। ਸੁਖਵਿੰਦਰ ਜੀ, ਸ਼ਾਇਦ ਸਰਕਾਰ ਨੂੰ ਇਹ ਲੱਗਦਾ ਹੈ ਕਿ ਇਹ ਬਹੁਤ ਥੋੜੀ ਗਿਣਤੀ ਦੇ ਵਿੱਚ ਕਿਸਾਨ ਨੇ ਔਰ ਅਸੀਂ, ਕਿਉਂਕਿ ਸਾਡੀ ਜਿਹੜੀ ਪਾਰਟੀ ਹੈ ਬੀਜੇਪੀ ਪਾਰਟੀ ਹੈ, ਉਹ ਦੁਨੀਆ ਦੀ ਸਭ ਤੋਂ ਆਰਗੇਨਾਈਜ਼ਡ ਪਾਰਟੀ ਹੈ, ਸਭ ਤੋਂ ਵੱਡੀ ਪਾਰਟੀ ਹੈ, ਸਾਨੂੰ ਕੋਈ ਹਰਾ ਨਹੀਂ ਸਕਦਾ। ਇਸ ਕਰਕੇ ਜਿਹੜਾ ਇਸ ਕਿਸਮ ਦਾ ਹੰਕਾਰ ਹੈ ਮੋਦੀ ਸਰਕਾਰ ਦੇ ਵਿੱਚ ਜਾਂ ਬੀਜੇਪੀ ਸਰਕਾਰਾਂ ਦੇ ਵਿੱਚ, ਚਾਹੇ ਉਹ ਯੋਗੀ ਜੀ ਦਾ ਹੰਕਾਰ ਦੇਖ ਲਓ, ਚਾਹੇ ਖੱਟਰ ਸਾਹਿਬ ਦਾ ਹੰਕਾਰ ਦੇਖ ਲਓ, ਚਾਹੇ ਸੈਂਟਰ ਲੈਵਲ ਦੀ ਜਿਹੜੀ ਲੀਡਰਸ਼ਿਪ ਹੈ ਇਹਨਾਂ ਦੀ, ਉਹਨਾਂ ਦਾ ਹੰਕਾਰ ਦੇਖ ਲਓ, ਇਹਨਾਂ ਨੂੰ ਇਹੀ ਨਜ਼ਰ ਆ ਰਿਹਾ ਹੈ ਕਿ ਸਾਡੇ ਕੋਲੇ ਆਮ ਲੋਕ ਜਿਹੜੇ ਨੇ ਸਾਨੂੰ ਵੋਟਾਂ ਪਾ ਰਹੇ ਨੇ, ਸਾਨੂੰ ਜਿਹੜੇ ਨੇ ਬਹੁਤ ਸਾਰੇ ਲੋਕ ਸਾਡੇ ਹੱਕ 'ਚ ਖੜੇ ਦਿਖਾਈ ਦੇ ਰਹੇ ਨੇ। ਇਸ ਕਰਕੇ ਉਹਨਾਂ ਨੂੰ ਉਹ ਹੰਕਾਰ ਇੰਨਾ ਦਿਮਾਗ ਨੂੰ ਚੜ੍ਹ ਚੁੱਕਿਆ ਕਿ ਉਹਨਾਂ ਨੂੰ ਥੱਲੇ ਦੇ ਆਮ ਲੋਕ ਜਿਹੜੇ ਨੇ, ਗਰੀਬ ਲੋਕ, ਮਜ਼ਦੂਰ, ਕਿਸਾਨ, ਇਹ ਮਰਦੇ ਨਜ਼ਰ ਨਹੀਂ ਆ ਰਹੇ। ਸੋ ਇਹਦਾ ਨਤੀਜਾ ਕੀ ਨਿਕਲਣਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਹੋਰ ਵਧੇਗਾ ਔਰ ਅਖੀਰ ਨੂੰ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਸੰਘਰਸ਼ ਹੈ ਹੋ ਸਕਦਾ 24 ਦੇ ਵਿੱਚ ਵੀ 24 ਦੇ ਤੱਕ ਜਿਹੜਾ ਹੈਗਾ ਚਲਿਆ ਜਾਵੇ ਔਰ ਜੇਕਰ 24 ਦੇ ਵਿੱਚ ਜਾਂਦਾ ਹੈ ਤਾਂ ਲਾਜ਼ਮੀ ਤੌਰ ਤੇ ਸੈਂਟਰ ਦੀ ਜਿਹੜੀ ਬੀਜੇਪੀ ਲੀਡਰਸ਼ਿਪ ਹੈ ਉਹਦੇ ਲਈ ਬਹੁਤ ਵੱਡਾ ਖਤਰਾ ਖੜਾ ਹੋ ਸਕਦਾ ਹੈ। ਸੋ ਇਹ ਹੰਕਾਰ, ਆਪਾਂ ਨੂੰ ਵੀ ਪਤਾ ਹੈ ਕਿ ਰਾਵਣ ਵਰਗੇ ਜਿਹੜੇ ਹੰਕਾਰੀ ਲੋਕ ਸੀਗੇ ਉਹ ਮਾਰੇ ਜਾ ਚੁੱਕੇ ਨੇ, ਉਹਨਾਂ ਨੂੰ ਲੋਕਾਂ ਨੇ ਝੁਕਾਤਾ ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਲੋਕਾਂ ਦਾ ਆਪਾਂ ਹੰਕਾਰ ਦੇਖਦੇ ਹਾਂ ਕਿ ਜਿਹੜੇ ਲੋਕ ਹੰਕਾਰੀ ਸੀਗੇ ਉਹਨਾਂ ਨੂੰ ਲੋਕਾਂ ਦੀ ਤਾਕਤ ਨੇ ਜਿਹੜਾ ਹੈਗਾ ਝੁਕਾਇਆ ਹੈ। ਸੋ ਇੱਥੋਂ ਵੀ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਜੇਕਰ ਬੀਜੇਪੀ ਸਰਕਾਰ, ਮੋਦੀ ਸਰਕਾਰ ਇਸ ਸੰਘਰਸ਼ ਦੀ ਨੇਚਰ ਨੂੰ ਨਹੀਂ ਸਮਝ ਰਹੀ, ਉਹਦੀ ਪ੍ਰਕਿਰਤੀ ਨੂੰ ਨਹੀਂ ਸਮਝ ਰਹੀ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੇ ਬੀਜੇਪੀ ਦੀ ਜਿਹੜੀ ਸਰਕਾਰ ਦੇ ਜਿਹੜੇ ਤਖਤ ਦੇ ਵਿੱਚ ਕਿੱਲ ਠੋਕਣੀ ਹੈ। ਇਹਨਾਂ ਲੋਕਾਂ ਨੇ, ਇਹਨਾਂ ਕਿਸਾਨਾਂ ਦੀਆਂ ਵੋਟਾਂ ਲੈ ਕੇ ਉਹ ਬਣੇ ਸੀਗੇ, ਇਹੀ ਕਿਸਾਨ ਤੁਸੀਂ ਦੇਖਣਾ ਕਿ ਬੀਜੇਪੀ ਦੇ ਤਖਤ ਦੇ ਵਿੱਚ ਕਿੱਲ ਠੋਕਣਗੇ ਔਰ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਸਮਾਂ ਬਹੁਤ ਛੇਤੀ ਆ ਜਾਏਗਾ। 22 ਦੀਆਂ ਚੋਣਾਂ ਹੋਣ ਵਾਲੀਆਂ ਨੇ, 22 ਦੇ ਵਿੱਚ ਇਹ ਤੁਹਾਨੂੰ ਰਿਜ਼ਲਟ ਬਹੁਤ ਛੇਤੀ ਦਿਖੇਗਾ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਬੰਗਾਲ ਦੀਆਂ ਚੋਣਾਂ ਹੋ ਰਹੀਆਂ ਸੀਗੀਆਂ, ਬੰਗਾਲ ਦੇ ਵਿੱਚ ਇਹਨਾਂ ਨੂੰ ਇੰਨਾ ਹੰਕਾਰ ਸੀਗਾ ਬੀਜੇਪੀ ਨੂੰ ਕਿ ਅਸੀਂ 200 ਤੋਂ ਉੱਪਰ ਸੀਟਾਂ ਲੈ ਕੇ ਜਾਵਾਂਗੇ, ਪਰ ਹੋਇਆ ਬਿਲਕੁਲ ਉਲਟ। ਜਿਹੜੇ 77 ਸੀਟਾਂ ਉਹਨਾਂ ਨੇ ਲਈਆਂ ਸੀਗੀਆਂ ਉਹਦੇ ਵਿੱਚੋਂ ਵੀ ਲੋਕ ਜਿਹੜੇ ਨੇ ਛੱਡ ਕੇ ਅੱਜ ਬੀਜੇਪੀ ਨੂੰ ਤੋਂ ਬਾਹਰ ਜਾ ਰਹੇ ਨੇ। ਸੋ ਇਸ ਕਰਕੇ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਸੁਪੜਾ ਸਾਫ਼ ਹੋਇਆ ਬੀਜੇਪੀ ਦਾ, ਉਸੇ ਤਰ੍ਹਾਂ ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਗੋਆ ਦੇ ਵਿੱਚ ਔਰ ਮਨੀਪੁਰ ਦੇ ਵਿੱਚ ਅਗਲੀਆਂ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ ਉੱਥੇ ਵੀ ਬੀਜੇਪੀ ਦਾ ਸਫਾਇਆ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਇਸ ਵੇਲੇ ਨਜ਼ਰ ਆ ਰਹੀਆਂ ਨੇ। ਸੋ ਇਸ ਕਰਕੇ ਹੰਕਾਰ ਬੇਸ਼ੱਕ ਜ਼ਰੂਰ ਹੈ, ਪਰ ਹੰਕਾਰ ਜ਼ਰੂਰ ਟੁੱਟੇਗਾ ਇੱਕ ਦਿਨ ਔਰ ਇਹ ਲੋਕਾਂ ਦਾ ਇਕੱਠ, ਕਿਸਾਨਾਂ ਦਾ ਇਕੱਠ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ, ਉਹ ਇਸ ਬੀਜੇਪੀ ਦੇ ਹੰਕਾਰੀ ਰਵੱਈਏ ਦੇ ਉੱਤੇ ਜਿਹੜਾ ਹੈਗਾ ਬਹੁਤ ਵੱਡਾ ਸਵਾਲੀਆ ਚਿੰਨ੍ਹ ਆਉਣ ਵਾਲੇ ਦਿਨਾਂ ਦੇ ਵਿੱਚ ਲਾਉਣਗੇ। ਔਰ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਬੀਜੇਪੀ ਨੂੰ ਸਬਕ ਜਿਹੜਾ ਹੈਗਾ ਇਹੀ ਸਿੱਖਣਾ ਚਾਹੀਦਾ ਇਹਨਾਂ ਇਕੱਠਾਂ ਤੋਂ ਕਿ ਉਹਨਾਂ ਨੂੰ ਟੇਬਲ ਟਾਕ ਦੇ ਉੱਤੇ ਆਉਣਾ ਚਾਹੀਦਾ, ਗੱਲਬਾਤ ਦੇ ਲਈ ਕਿਸਾਨਾਂ ਨੂੰ ਬੁਲਾਉਣਾ ਚਾਹੀਦਾ, ਮਸਲਾ ਹੱਲ ਕਰਾ ਲੈਣਾ ਚਾਹੀਦਾ। ਨਹੀਂ ਤਾਂ ਦੂਸਰਾ ਪਾਸਾ ਇਹਦਾ ਇਹੀ ਹੈ ਕਿ ਬਹੁਤ ਵੱਡੀ ਹੈ ਨੁਕਸਾਨ ਦੇ ਲਈ, ਨਹੀਂ ਤਾਂ ਤਿਆਰ ਰਹੇ ਔਰ 22 ਦੀਆਂ ਚੋਣਾਂ ਔਰ 24 ਦੀਆਂ ਚੋਣਾਂ ਦੇ ਵਿੱਚ ਬੀਜੇਪੀ ਦਾ ਜੋ ਸਫਾਇਆ ਹੋਣਾ ਹੈ, ਮੈਨੂੰ ਲੱਗਦਾ ਹੈ ਕਿ ਬੀਜੇਪੀ ਨੇ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਹੋਏਗਾ ਕਿ ਕਿਸ ਕਿਸਮ ਦਾ ਸਫਾਇਆ ਉਹਨਾਂ ਦਾ ਕਿਸਾਨਾਂ ਦੁਆਰਾ, ਆਮ ਲੋਕਾਂ ਦੁਆਰਾ ਕੀਤਾ ਜਾਵੇਗਾ। ਇਹਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆ ਰਹੀਆਂ ਨੇ। ਸੁਖਵਿੰਦਰ ਜੀ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਜੀ। ਸੋ ਸਿੱਧੇ ਸਵਾਲ ਪ੍ਰੋਗਰਾਮ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਕਿ ਕਰਨਾਲ ਦੀ ਰੈਲੀ ਤੋਂ ਬਾਅਦ ਬੀਜੇਪੀ ਦੀ ਸਿਆਸਤ ਤੇ ਇਧਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਿਆਸਤ ਤੇ ਕਿੱਦਾਂ ਦਾ ਪ੍ਰਭਾਵ ਪੈਣਾ। ਮੁਜ਼ੱਫਰਨਗਰ ਦੇ ਵਿੱਚ ਜੋ ਕੁਝ ਹੋਇਆ ਉਹ ਸਭ ਦੇ ਸਾਹਮਣੇ। ਧੰਨਵਾਦ।